ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਲਰਨਿੰਗ ਪਾਥ ਉੱਪਰ। ਤੇ ਅੱਜ ਅਸੀਂ ਨਵਾਂ ਚੈਪਟਰ ਲੈ ਕੇ ਹਾਜ਼ਰ ਹੋਏ ਹਾਂ ਸਾਡੇ ਚੈਨਲ ਉੱਪਰ। ਤੇ ਇਸ ਚੈਨਲ ਉੱਪਰ ਅਸੀਂ ਸੀਟੈਟ ਪੀਟੈਟ ਔਰ ਮਾਸਟਰ ਕੇਡਰ ਐਗਜ਼ਾਮ ਦੀ ਪ੍ਰੈਪਰੇਸ਼ਨ ਕਰਵਾਉਂਦੇ ਹਾਂ। ਤੇ ਅੱਜ ਅਸੀਂ ਮਾਸਟਰ ਕੇਡਰ ਐਗਜ਼ਾਮ ਦਾ ਅਗਲਾ ਟੌਪਿਕ ਯਾਨੀ ਕਿ ਸਿਟੀਜ਼ਨਸ਼ਿਪ ਲੈ ਕੇ ਹਾਜ਼ਰ ਹੋਏ ਹਾਂ। ਤੁਸੀਂ ਦੇਖਿਆ ਹੋਵੇਗਾ ਕਿ ਅੱਜ ਲੱਖਾਂ ਪੰਜਾਬੀ ਨੌਜਵਾਨ ਜਿਹੜੇ ਵਿਦੇਸ਼ਾਂ ਨੂੰ ਰੁੱਖ ਕਰ ਰਹੇ ਨੇ ਤੇ PR ਲੈਣ ਦੇ ਚੱਕਰ ਵਿੱਚ, ਚਾਹੇ ਉਹ ਅਮਰੀਕਾ ਦੀ ਹੋਵੇ, ਚਾਹੇ ਉਹ ਕੈਨੇਡਾ ਦੀ ਹੋਵੇ, ਚਾਹੇ ਉਹ ਆਸਟ੍ਰੇਲੀਆ ਦੀ ਹੋਵੇ, ਤਾਂ ਉਸ ਨਾਗਰਿਕਤਾ ਨੂੰ ਲੈਣ ਵਿੱਚ ਕਿ ਕਿੰਨੇ ਖੱਜਲ ਖੁਆਰੀਆਂ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈਗਾ ਅਤੇ ਕਈ ਵਾਰ ਉਹਨਾਂ ਨੂੰ ਮੌਤ ਦੇ ਮੂੰਹ ਵਿੱਚ ਵੀ ਜਾਣਾ ਪੈਂਦਾ ਹੈਗਾ। ਤਾਂ ਅੱਜ ਅਸੀਂ ਉਸ ਸਿਟੀਜ਼ਨਸ਼ਿਪ ਬਾਰੇ ਗੱਲ ਕਰਾਂਗੇ, ਜਿਸ ਨੂੰ ਪਾਉਣ ਲਈ ਜਿਹੜੇ ਪੰਜਾਬੀ ਨੌਜਵਾਨ ਜਿਹੜੇ ਬਹੁਤ ਖੱਜਲ ਖੁਆਰ ਹੋ ਰਹੇ ਨੇ। ਠੀਕ ਹੈ ਜੀ, ਤਾਂ ਸ਼ੁਰੂ ਕਰਦੇ ਹਾਂ ਨਾਗਰਿਕਤਾ ਬਾਰੇ। ਤਾਂ ਸਭ ਤੋਂ ਪਹਿਲਾਂ ਜਾਣਾਂਗਾ ਕਿ ਨਾਗਰਿਕਤਾ ਕੀ ਹੁੰਦੀ ਹੈ, ਅਤੇ ਇਸ ਤੋਂ ਬਾਅਦ ਅਸੀਂ ਜਾਣਾਂਗੇ ਕਿ ਇਸ ਨੂੰ ਕਿਵੇਂ ਲਿਆ ਜਾ ਸਕਦਾ ਹੈ ਕਿਸੇ ਵੀ ਦੇਸ਼ ਵਿੱਚ, ਅਤੇ ਇਸ ਨੂੰ ਕਿਵੇਂ ਗਵਾਇਆ ਜਾ ਸਕਦਾ ਹੈ। ਠੀਕ ਹੈ ਜੀ, ਤਾਂ ਸ਼ੁਰੂ ਕਰਦੇ ਹਾਂ ਨਾਗਰਿਕਤਾ ਬਾਰੇ। ਤਾਂ ਨਾਗਰਿਕਤਾ ਕਿਸੇ ਵਿਅਕਤੀ ਦੇ ਉਸ ਦੇ ਰਾਜ ਨਾਲ ਅਜਿਹਾ ਜਿਹੜਾ ਕਾਨੂੰਨੀ ਸੰਬੰਧ ਹੁੰਦਾ ਹੈਗਾ, ਜਿਸ ਰਾਹੀਂ ਉਹ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਅਧਿਕਾਰ ਪ੍ਰਾਪਤ ਹੁੰਦੇ ਹਨ ਉਸ ਵਿਅਕਤੀ ਨੂੰ, ਅਤੇ ਉਹ ਆਪਣੇ ਜਿਹੜੇ ਰਾਜ ਦੁਆਰਾ ਜਿਹੜੇ ਵੀ ਕਰਤੱਵ ਸੌਂਪੇ ਗਏ ਉਹਨਾਂ ਕਰਤੱਵਾਂ ਦੀ ਜਿਹੜੀ ਪਾਲਣਾ ਕਰਦਾ। ਠੀਕ ਹੈ ਜੀ, ਤਾਂ ਤੁਹਾਨੂੰ ਸਮਝ ਆ ਗਿਆ ਹੋਵੇਗਾ ਕਿ ਕਿਸੇ ਵੀ ਰਾਜ ਦੁਆਰਾ ਕਿ ਆਪਣੇ ਦੇਸ਼ ਦੇ ਜਿਹੜੇ ਨਾਗਰਿਕ ਨੂੰ ਜਿਹੜੇ ਸਮਾਜਿਕ, ਕਾਨੂੰਨੀ ਅਤੇ ਰਾਜਨੀਤਿਕ ਅਧਿਕਾਰ ਜਿਹੜੇ ਸੌਂਪੇ ਗਏ, ਅਤੇ ਉਹਨਾਂ ਜਿਹੜੇ ਅਧਿਕਾਰਾਂ ਨੂੰ ਜਿਹੜਾ ਵਿਅਕਤੀ ਦੁਆਰਾ ਜਿਹੜੀ ਪਾਲਣਾ ਕੀਤੀ ਜਾਂਦੀ ਹੈ, ਤਾਂ ਉਸ ਨੂੰ ਕਹਿੰਦੇ ਨੇ ਨਾਗਰਿਕਤਾ। ਅਤੇ ਅੱਗੇ ਅਸੀਂ ਡੈਫੀਨੇਸ਼ਨ ਦੇਖ ਲੈਂਦੇ ਹਾਂ, ਉਸ ਤੋਂ ਤੁਹਾਨੂੰ ਥੋੜ੍ਹਾ ਜਿਹਾ ਹੋਰ ਕਲੀਅਰ ਹੋ ਜਾਵੇਗਾ। ਜਿਵੇਂ ਡਾਕਟਰ ਵਿਲੀਅਮ ਬੋਇਡ ਨੇ ਕਿਹਾ ਹੈਗਾ ਕਿ ਵਫਾਦਾਰੀਆਂ ਨੂੰ ਠੀਕ ਕ੍ਰਮ ਨਾਲ ਅਨੁਸਾਰ ਨਿਸ਼ਚਿਤ ਕਰਨਾ ਹੀ ਨਾਗਰਿਕਤਾ ਹੈ। ਠੀਕ ਹੈ ਜੀ, ਕਿ ਵਫਾਦਾਰੀਆਂ ਨੂੰ ਠੀਕ ਢੰਗ ਨਾਲ ਨਿਭਾਉਣਾ ਅਤੇ ਜਾਂ ਫਿਰ ਨਿਸ਼ਚਿਤ ਕਰਨਾ, ਇਹੀ ਨਾਗਰਿਕਤਾ ਹੈਗੀ ਹੈ। ਠੀਕ ਹੈ ਜੀ, ਅਤੇ ਲਾਸਕੀ ਕਹਿੰਦੇ ਹੈਗੇ ਆ ਕਿ ਆਪਣੀ ਸਿੱਖਿਅਤ ਬੁੱਧੀ ਰਾਹੀਂ ਲੋਕ ਹਿੱਤ ਵਿੱਚ ਲਗਾਉਣਾ ਹੀ ਨਾਗਰਿਕਤਾ ਹੈ। ਕਿ ਆਪਣੀ ਸਿੱਖਿਅਤ ਬੁੱਧੀ ਰਾਹੀਂ ਕਿ ਜਿਹੜੇ ਉਹਨਾਂ ਦੇ ਲੋਕਾਂ ਦੇ ਹਿੱਤਾਂ ਨੂੰ ਆਪਣੀ ਬੁੱਧੀ ਨੂੰ ਲੋਕਾਂ ਦੇ ਹਿੱਤ ਵਿੱਚ ਲਗਾਉਣਾ ਹੀ ਨਾਗਰਿਕਤਾ ਹੈ। ਕਿ ਕਿਸੇ ਆਪਣੇ ਸਮਾਜ ਦੇ ਨਾਗਰਿਕਾਂ ਦੀ ਸੇਵਾ ਕਰਨੀ ਅਤੇ ਉਹਨਾਂ ਨਾਲ ਸਹਿਯੋਗ ਕਰਨਾ, ਉਸ ਨੂੰ ਹੀ ਲਾਸਕੀ ਨੇ ਨਾਗਰਿਕਤਾ ਮੰਨਿਆ। ਠੀਕ ਹੈ ਜੀ, ਤਾਂ ਹੁਣ ਅਸੀਂ ਦੇਖਾਂਗੇ ਕਿ ਨਾਗਰਿਕਤਾ ਕਿੰਨੇ ਪ੍ਰਕਾਰ ਦੀ ਹੁੰਦੀ ਹੈ। ਠੀਕ ਹੈ ਜੀ, ਤਾਂ ਇਸ ਵਿੱਚ ਅਸੀਂ ਵੇਖਾਂਗੇ ਨਾਗਰਿਕਤਾ ਵੈਸੇ ਦੋ ਪ੍ਰਕਾਰ ਦੀ ਹੁੰਦੀ ਹੈਗੀ ਆ, ਜਿਸ ਵਿੱਚ ਅਸੀਂ ਜਨਮਜਾਤ ਨਾਗਰਿਕਤਾ ਅਤੇ ਰਾਜਕ੍ਰਿਤ ਨਾਗਰਿਕਤਾ। ਜਨਮਜਾਤ ਨਾਗਰਿਕਤਾ, ਜਿਵੇਂ ਕਿਸੇ ਬੱਚੇ ਦਾ ਜਨਮ ਹੋ ਗਿਆ ਤਾਂ ਉਸਨੂੰ ਉਸ ਰਾਜ ਵਿੱਚ ਜਿਸ ਭੂਮੀ ਉੱਪਰ ਉਸ ਦਾ ਜਨਮ ਹੋਇਆ, ਉਸ ਰਾਜ ਦੀ ਉਸ ਨੂੰ ਨਾਗਰਿਕਤਾ ਮਿਲ ਗਈ, ਉਸ ਨੂੰ ਕਹਿੰਦੇ ਜਨਮਜਾਤ। ਔਰ ਰਾਜਕ੍ਰਿਤ ਨਾਗਰਿਕਤਾ, ਜਿਵੇਂ ਅਸੀਂ ਜਿਹੜੇ ਪੰਜਾਬੀ ਨੌਜਵਾਨ ਜਿਹੜੇ ਵਿਦੇਸ਼ਾਂ ਦੀ ਜਿਹੜੀ ਨਾਗਰਿਕਤਾ ਪ੍ਰਾਪਤ ਕਰਨ ਲਈ ਜਿਹੜੇ ਹੋੜ ਵਿੱਚ ਲੱਗੇ ਨੇ, ਤਾਂ ਉਸ ਨੂੰ ਕਹਿੰਦੇ ਰਾਜਕ੍ਰਿਤ ਨਾਗਰਿਕਤਾ। ਅਤੇ ਜਿਵੇਂ PR ਜਿਵੇਂ ਬੱਚੇ ਲੈਂਦੇ ਹੈਗੇ, ਠੀਕ ਹੈ ਜੀ, ਬਾਹਰ ਜਾ ਕੇ ਵਿਦੇਸ਼ਾਂ ਵਿੱਚ, ਅਤੇ ਉਸ ਨੂੰ ਕਹਿੰਦੇ ਰਾਜਕ੍ਰਿਤ ਨਾਗਰਿਕਤਾ। ਅਤੇ ਇਸ ਤੋਂ ਬਾਅਦ ਜਿਹੜੀ ਜਨਮਜਾਤ ਨਾਗਰਿਕਤਾ ਹੁੰਦੀ ਹੈ, ਉਹ ਦੋ ਪ੍ਰਕਾਰ ਦੀ ਹੁੰਦੀ ਹੈਗੀ ਹੈ, ਜਿਸ ਵਿੱਚ ਲਹੂ ਸਿਧਾਂਤ ਔਰ ਜਨਮ ਸਥਾਨ ਸਿਧਾਂਤ। ਲਹੂ ਸਿਧਾਂਤ ਵਿੱਚ ਕਿ ਉਹ ਖੂਨ ਦੇ ਰਿਸ਼ਤੇ ਨੂੰ ਐਟੋਮੈਟਿਕਲੀ ਜਿਹੜੇ ਉਸਦੇ ਮਾਂ ਬਾਪ ਅਤੇ ਬੱਚੇ ਨੂੰ ਐਟੋਮੈਟਿਕਲੀ ਜਿੱਥੋਂ ਦਾ ਉਹ ਵਸਨੀਕ ਹੋਵੇਗਾ, ਉਸ ਨੂੰ ਲਹੂ ਸਿਧਾਂਤ ਰਾਹੀਂ ਯਾਨੀ ਕਿ ਜਨਮ ਲਹੂ ਆਪਣੇ ਖਾਨਦਾਨੀ ਦੇ ਤੌਰ 'ਤੇ ਜਿਹੜਾ ਖੂਨਦਾਨ ਦੇ ਰਿਸ਼ਤੇ ਦੇ ਤੌਰ 'ਤੇ ਜਿਹੜੀ ਉਸ ਨੂੰ ਲਹੂ ਸਿਧਾਂਤ ਰਾਹੀਂ ਜਨਮਜਾਤ ਨਾਗਰਿਕਤਾ ਮਿਲ ਜਾਂਦੀ ਹੈ। ਅਤੇ ਜੇਕਰ ਅਸੀਂ ਕਰੀਏ ਜਨਮ ਸਥਾਨ ਸਿਧਾਂਤ ਦੀ, ਤਾਂ ਇਸ ਵਿੱਚ ਜਿਸ ਵੀ ਜ਼ਮੀਨ 'ਤੇ ਜਿਸ ਵੀ ਰਾਜ ਦੇ ਵਿੱਚ ਕਿਸੇ ਵੀ ਬੱਚੇ ਦਾ ਜਨਮ ਹੋ ਜਾਵੇ, ਤਾਂ ਉਸ ਨੂੰ ਉਸ ਰਾਜ ਦੀ ਨਾਗਰਿਕਤਾ ਮਿਲ ਜਾਂਦੀ ਹੈ। ਠੀਕ ਹੈ ਜੀ, ਤਾਂ ਕਈ ਵਾਰ ਕੀ ਹੁੰਦਾ ਹੈਗਾ ਕਿ ਕਈ ਦੇਸ਼ ਜਿਹੜੇ ਮੰਨਦੇ ਹੈਗੇ ਆ ਜਨਮਜਾਤ ਨਾਗਰਿਕਤਾ ਨੂੰ, ਔਰ ਕਈ ਦੇਸ਼ ਲਹੂ ਸਿਧਾਂਤ ਨਾਗਰਿਕਤਾ ਨੂੰ ਪਹਿਲ ਦਿੰਦੇ ਆ। ਅਤੇ ਇਸ ਤਰ੍ਹਾਂ ਕਈ ਵਾਰ ਕੀ ਹੁੰਦਾ ਹੈਗਾ ਕਿ ਕਈ ਬੱਚਿਆਂ ਨੂੰ ਜਾਂ ਜਿਸੋਂ ਨਵਾਂ ਬੱਚਾ ਪੈਦਾ ਹੁੰਦਾ ਹੈਗਾ ਮਾਂ ਪਿਓ ਕੋਲ, ਤਾਂ ਉਸ ਨੂੰ ਕਈ ਵਾਰ ਦੋਹਰੀ ਨਾਗਰਿਕਤਾ ਮਿਲ ਜਾਂਦੀ ਹੈਗੀ ਆ। ਅਤੇ ਕਈ ਵਾਰ ਅਜਿਹਾ ਵੀ ਹੁੰਦਾ ਹੈਗਾ ਕਿ ਉਸ ਕੋਲ ਕਿਸੇ ਵੀ ਦੇਸ਼ ਦੀ ਨਾਗਰਿਕਤਾ ਨਹੀਂ ਰਹਿੰਦੀ। ਅਤੇ ਜਿਵੇਂ ਤੁਸੀਂ ਦੇਖੋ, ਜੇ ਦੋਹਰੀ ਨਾਗਰਿਕਤਾ ਮਿਲ ਜਾਂਦੀ ਜਿਵੇਂ ਕਿਸੇ ਬੱਚੇ ਨੂੰ, ਤਾਂ ਉਹ ਹੈਗਾ ਕਿ ਜਿਵੇਂ ਭਾਰਤ ਦਾ ਕੋਈ ਵੀ ਜਿਹੜਾ ਮਾਂ ਪਿਓ ਆਪਣੇ ਅਮਰੀਕਾ ਦੇ ਵਿੱਚ ਕੋਈ ਬੱਚੇ ਨੂੰ ਜਨਮ ਦਿੰਦਾ ਹੈਗਾ, ਤਾਂ ਉਸ ਨੂੰ ਦੋਹਰੀ ਨਾਗਰਿਕਤਾ ਪ੍ਰਾਪਤ ਹੋ ਜਾਂਦੀ ਹੈ। ਕਿਉਂਕਿ ਭਾਰਤ ਅਤੇ ਅਮਰੀਕਾ ਵਿੱਚ ਜਿਹੜਾ ਦੋਵੇਂ ਜਿਹੜੇ ਸਿਧਾਂਤਾਂ ਨੂੰ ਅਪਣਾਇਆ ਗਿਆ, ਠੀਕ ਹੈ ਜੀ, ਜਨਮ ਸਥਾਨ ਸਿਧਾਂਤ ਅਤੇ ਲਹੂ ਸਥਾਨ ਸਿਧਾਂਤ, ਇਹਨਾਂ ਦੋਵਾਂ ਸਿਧਾਂਤਾਂ ਨੂੰ ਅਪਣਾਇਆ ਗਿਆ। ਅਤੇ
ਜੇਕਰ ਅਸੀਂ ਗੱਲ ਕਰੀਏ ਰਾਜ ਰਹਿਤ ਨਾਗਰਿਕਤਾ ਦੀ, ਤਾਂ ਇਸ ਵਿੱਚ ਅਰਜਨਟੀਨਾ ਦਾ ਕੋਈ ਵੀ ਮਾਂ ਪਿਓ ਜੇਕਰ ਜਰਮਨੀ ਵਿੱਚ ਰਹਿੰਦੇ ਹੋਏ ਕਿਸੇ ਬੱਚੇ ਨੂੰ ਜਨਮ ਦੇ ਦੇਵੇ ਤਾਂ ਉਸ ਕੋਲ ਕਿਸੇ ਵੀ ਰਾਜ ਦੀ ਨਾਗਰਿਕਤਾ ਨਹੀਂ ਰਹਿੰਦੀ, ਕਿਉਂਕਿ ਅਰਜਨਟੀਨਾ ਜਨਮ ਸਥਾਨ ਸਿਧਾਂਤ ਨੂੰ ਜਿਹੜਾ ਪ੍ਰਵਾਨਗੀ ਨਹੀਂ ਦਿੰਦਾ ਅਤੇ ਜਰਮਨੀ ਜਿਹੜਾ ਲੋਕ ਸਿਧਾਂਤ ਨੂੰ ਪ੍ਰਵਾਨਗੀ ਨਹੀਂ ਦਿੰਦਾ। ਠੀਕ ਹੈ ਜੀ। ਤਾਂ ਇਸ ਕਰਕੇ ਉਸ ਬੱਚੇ ਕੋਲ ਕਿਸੇ ਵੀ ਰਾਜ ਦੀ ਨਾਗਰਿਕਤਾ ਨਹੀਂ ਰਹਿੰਦੀ। ਤਾਂ ਹੁਣ ਅਸੀਂ ਦੇਖਾਂਗੇ ਕਿ ਕਿਹੜੇ ਦੇਸ਼ ਕਿਹੜੇ ਲੋਕ ਸਿਧਾਂਤ ਜਾਂ ਜਨਮ ਸਿਧਾਂਤ ਨੂੰ ਮਾਨਤਾ ਦਿੰਦੇ ਆ। ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਕਿ ਜਿਵੇਂ ਭਾਰਤ, ਇੰਗਲੈਂਡ, ਫਰਾਂਸ, ਅਮਰੀਕਾ, ਇਹ ਦੋਵੇਂ ਸਿਧਾਂਤਾਂ ਨੂੰ ਮਾਨਤਾ ਦਿੰਦੇ ਆ। ਠੀਕ ਹੈ ਜੀ। ਲੋਕ ਸਿਧਾਂਤ ਨੂੰ ਵੀ ਅਤੇ ਜਨਮਜਾਤ ਸਿਧਾਂਤ ਨੂੰ ਵੀ। ਅਤੇ ਅੱਗੇ ਅਸੀਂ ਵੇਖਾਂਗੇ ਅਤੇ ਲੋਕ ਸਿਧਾਂਤ ਰਾਹੀਂ ਜਿਹੜੇ ਲੋਕ ਸਿਧਾਂਤ ਨੂੰ ਮਾਨਤਾ ਦਿੰਦੇ ਆ ਉਹ ਕਿਹੜੇ ਦੇਸ਼ ਆ। ਦੇਖੋ, ਜਰਮਨੀ, ਸਵੀਡਨ ਅਤੇ ਸਵਿਟਜ਼ਰਲੈਂਡ। ਠੀਕ ਹੈ ਜੀ। ਇਹ ਲੋਕ ਸਿਧਾਂਤ ਨੂੰ ਮਾਨਤਾ ਦਿੰਦੇ ਆ। ਅਤੇ ਇਸ ਤੋਂ ਬਾਅਦ ਜਨਮ ਸਥਾਨ ਦੇ ਆਧਾਰ 'ਤੇ ਉਹ ਹੈਗੇ ਜਪਾਨ, ਅਰਜਨਟੀਨਾ। ਇਹ ਦੋਵੇਂ ਦੇਸ਼ ਜਨਮ ਸਥਾਨ ਆਧਾਰ 'ਤੇ ਜਿਹੜੀ ਨਾਗਰਿਕਤਾ ਦਿੰਦੇ ਹੈਗੇ। ਠੀਕ ਹੈ ਜੀ। ਕਿ ਜੇ ਜਪਾਨ ਵਿੱਚ ਕੋਈ ਬੱਚਾ ਜਨਮ ਲੈਂਦਾ ਤਾਂ ਉਹ ਉਸ ਜਨਮ ਸਥਾਨ ਆਧਾਰ 'ਤੇ ਜਪਾਨ ਦਾ ਨਾਗਰਿਕਤਾ ਉਸ ਨੂੰ ਮਿਲ ਜਾਵੇਗੀ। ਤਾਂ ਅੱਗੇ ਅਸੀਂ ਗੱਲ ਕਰਦੇ ਹਾਂ ਇਸ ਨੂੰ ਨਾਗਰਿਕਤਾ ਨੂੰ ਪ੍ਰਾਪਤ ਕਰਨ ਦੇ ਕਿਹੜੇ ਢੰਗ ਅਸੀਂ ਕਿਹੜੇ ਢੰਗਾਂ ਰਾਹੀਂ ਅਸੀਂ ਨਾਗਰਿਕਤਾ ਕਿਸੇ ਦੇਸ਼ ਦੀ ਲੈ ਸਕਦੇ ਹਾਂ। ਜਿਵੇਂ ਲੰਮੇਰਾ ਨਿਵਾਸ ਸਭ ਤੋਂ ਪਹਿਲਾਂ। ਠੀਕ ਹੈ ਜੀ। ਕਿਸੇ ਰਾਜ ਵਿੱਚ ਕੋਈ ਵਿਅਕਤੀ ਜੇਕਰ ਲੰਬੇ ਸਮੇਂ ਤੋਂ ਰਹਿ ਰਿਹਾ ਤਾਂ ਉਸ ਨੂੰ ਆਟੋਮੈਟਿਕਲੀ ਉਸ ਰਾਜ ਦੀ ਨਾਗਰਿਕਤਾ ਪ੍ਰਾਪਤ ਹੋ ਜਾਵੇਗੀ। ਜਿਵੇਂ ਭਾਰਤ ਵਿੱਚ 5 ਸਾਲ ਰਹਿਣ 'ਤੇ ਉਸ ਨੂੰ ਜਿਹੜੀ ਭਾਰਤ ਦੀ ਨਾਗਰਿਕਤਾ ਪ੍ਰਾਪਤ ਹੋ ਜਾਂਦੀ ਹੈ। ਇਸੇ ਤਰ੍ਹਾਂ ਇੰਗਲੈਂਡ, ਅਮਰੀਕਾ, ਇਸ ਤਰ੍ਹਾਂ ਦੇ ਹੋਰ ਵੀ ਕਈ ਦੇਸ਼ ਨੇ ਜਿਹੜੇ ਜਿਸ ਵਿੱਚ 5 ਸਾਲ ਰਹਿਣ 'ਤੇ ਉਸ ਦੀ ਜਿਹੜੀ ਨਾਗਰਿਕਤਾ ਪ੍ਰਾਪਤ ਹੋ ਜਾਂਦੀ ਹੈ। ਜਿਵੇਂ ਫਰਾਂਸ ਦੀ ਗੱਲ ਕਰੀਏ ਤਾਂ ਫਰਾਂਸ ਵਿੱਚ 10 ਸਾਲ ਰਹਿਣ 'ਤੇ ਜਿਹੜੀ ਨਾਗਰਿਕਤਾ ਪ੍ਰਾਪਤ ਹੋ ਜਾਂਦੀ ਹੈ। ਠੀਕ ਹੈ ਜੀ। ਤਾਂ ਇਸ ਤੋਂ ਬਾਅਦ ਗੱਲ ਕਰਾਂਗੇ ਵਿਆਹ ਰਾਹੀਂ। ਜੇਕਰ ਇੱਕ ਜਿਹੜਾ ਔਰਤ ਕਿਸੇ ਵਿਦੇਸ਼ੀ ਪੁਰਸ਼ ਨਾਲ ਜਾਂ ਪੁਰਸ਼ ਕਿਸੇ ਵਿਦੇਸ਼ੀ ਔਰਤ ਨਾਲ ਵਿਆਹ ਕਰਾ ਲੈਂਦਾ ਹੈਗਾ ਤਾਂ ਉਸ ਨੂੰ ਜਿਹੜੇ ਆਪਣੇ ਪਤੀ ਵੱਲੋਂ ਜਾਂ ਆਪਣੀ ਪਤਨੀ ਜਿੱਥੋਂ ਦੀ ਨਾਗਰਿਕ ਆ ਉੱਥੋਂ ਦੀ ਨਾਗਰਿਕਤਾ ਜਿਹੜੀ ਮਿਲ ਜਾਵੇਗੀ। ਅਤੇ ਇਸ ਤੋਂ ਇਲਾਵਾ ਗੋਦ ਲੈਣਾ, ਕਿਸੇ ਬੱਚੇ ਨੂੰ ਗੋਦ ਲੈ ਲੈਣਾ ਤਾਂ ਜਿਹੜਾ ਬੱਚੇ ਨੂੰ ਗੋਦ ਲੈ ਲਿਆ ਗਿਆ ਉਸ ਨੂੰ ਉਸ ਰਾਜ ਦੀ ਨਾਗਰਿਕਤਾ ਪ੍ਰਾਪਤ ਹੋ ਜਾਵੇਗੀ ਆਪਣੇ ਮਾਂ ਪਿਓ ਵਾਲੀ। ਠੀਕ ਹੈ ਜੀ। ਅਤੇ ਇਸ ਤੋਂ ਬਾਅਦ ਵਿਦੇਸ਼ਾਂ ਵਿੱਚ ਅਚਲ ਸੰਪੱਤੀ ਖਰੀਦ ਲੈਣ 'ਤੇ ਜਿਹੜੀ ਕਿਸੇ ਦੂਸਰੇ ਰਾਜ ਦੀ ਜਿੱਥੇ ਜ਼ਮੀਨ ਖਰੀਦੀ ਗਈ ਉਸ ਸਥਾਨ ਦੀ ਨਾਗਰਿਕਤਾ ਪ੍ਰਾਪਤ ਹੋ ਜਾਵੇਗੀ ਆਟੋਮੈਟਿਕਲੀ। ਠੀਕ ਹੈ ਜੀ। ਅਤੇ ਇਸ ਤੋਂ ਇਲਾਵਾ ਵਿਦੇਸ਼ ਵਿੱਚ ਸਰਕਾਰੀ ਨੌਕਰੀ ਮਿਲਣ 'ਤੇ ਕੋਈ ਵੀ ਵਿਅਕਤੀ ਆਪਣੀ ਜਿਹੜੀ ਨਾਗਰਿਕਤਾ ਪ੍ਰਾਪਤ ਕਰਨ ਲਈ ਜਿਹੜੀ ਅਰਜ਼ੀ ਦੇ ਸਕਦਾ ਹੈਗਾ। ਠੀਕ ਹੈ ਜੀ। ਅਤੇ ਇਸ ਤੋਂ ਇਲਾਵਾ ਜਿੱਤ ਦੁਆਰਾ ਕੋਈ ਵੀ ਜਿਹੜੇ ਜੇਤੂ ਰਾਜ ਦੁਆਰਾ ਜਿਸ ਉੱਪਰ ਅਧਿਕਾਰ ਕਰ ਲਿਆ ਗਿਆ ਤਾਂ ਉਹ ਸਾਰੇ ਨਾਗਰਿਕਾਂ ਨੂੰ ਉਸ ਜੇਤੂ ਰਾਜ ਦੀ ਨਾਗਰਿਕਤਾ ਮਿਲ ਜਾਂਦੀ ਹੈਗੀ। ਠੀਕ ਹੈ ਜੀ। ਅਤੇ ਇਸ ਤੋਂ ਬਾਅਦ ਵਿਦਵਾਨਾਂ ਨੂੰ ਬਹੁਤ ਸੌਖਿਆਂ ਜਿਹੜੀ ਨਾਗਰਿਕਤਾ ਮਿਲ ਜਾਂਦੀ ਹੈਗੀ ਆ। ਜਿਵੇਂ ਕਿਸੇ ਆਮ ਵਿਅਕਤੀ ਨੂੰ ਜਿਹੜੀ ਨਾਗਰਿਕਤਾ ਲੈਣੀ ਬਹੁਤ ਔਖੀ ਹੈਗੀ ਆ। ਅਤੇ ਜਿਵੇਂ ਫਰਾਂਸ ਵਿੱਚ ਤੁਸੀਂ ਦੇਖੋ 10 ਸਾਲ ਲੱਗਦੇ ਆ ਕਿਸੇ ਆਮ ਵਿਅਕਤੀ ਨੂੰ ਨਾਗਰਿਕਤਾ ਲੈਣ ਵਿੱਚ। ਜੇਕਰ ਵਿਦਵਾਨ ਦੀ ਗੱਲ ਕਰੀਏ ਤਾਂ ਵਿਦਵਾਨ ਨੂੰ ਜਿਹੜੇ ਇੰਨਾ ਸਾਲ ਨਹੀਂ ਲਾਉਣੇ ਪੈਂਦੇ, ਉਸ ਨੂੰ ਜਲਦੀ ਹੀ ਜਿਹੜੀ ਨਾਗਰਿਕਤਾ ਮਿਲ ਜਾਂਦੀ ਹੈ। ਠੀਕ ਹੈ ਜੀ। ਅਤੇ ਵਿਦਵਾਨਾਂ ਲਈ ਇਹੋ ਜਿਹਾ ਕੋਈ ਪਾਬੰਦੀ ਨਹੀਂ ਕਿ ਉਸ ਨੂੰ 10 ਸਾਲ ਰਹਿਣਾ ਪਵੇ। ਠੀਕ ਹੈ ਜੀ। ਤਾਂ ਇਸ ਕਰਕੇ ਵਿਦਵਾਨਾਂ ਨੂੰ ਬਹੁਤ ਜਲਦੀ ਜਿਹੜੀ ਨਾਗਰਿਕਤਾ ਪ੍ਰਾਪਤ ਹੋ ਜਾਂਦੀ ਆ। ਇਸ ਤੋਂ ਬਾਅਦ ਰਾਜਨੀਤਿਕ ਸ਼ਰਨ। ਜੇਕਰ ਕੋਈ ਵਿਅਕਤੀ ਆਪਣੇ ਦੇਸ਼ ਤੋਂ ਤੰਗ ਆ ਕੇ ਕਿਸੇ ਦੂਸਰੇ ਰਾਜ ਵਿੱਚ ਜਿਹੜੀ ਸ਼ਰਨ ਲੈ ਲਵੇ ਤਾਂ ਉਸਨੂੰ ਕਹਿੰਦੇ ਰਾਜਨੀਤਿਕ ਸ਼ਰਨ। ਤਾਂ ਇਸ ਰਾਹੀਂ ਉਹ ਆਪਣੀ ਪਹਿਲੀ ਨਾਗਰਿਕਤਾ ਨੂੰ ਠੁਕਰਾ ਕੇ ਦੂਸਰੀ ਦੇਸ਼ ਦੀ ਨਾਗਰਿਕਤਾ ਨੂੰ ਪ੍ਰਾਪਤ ਕਰ ਲੈਂਦਾ। ਠੀਕ ਹੈ ਜੀ। ਤਾਂ ਇਸ ਤੋਂ ਬਾਅਦ ਪ੍ਰਾਰਥਨਾ ਪੱਤਰ ਰਾਹੀਂ, ਜਿਵੇਂ ਆਪਣੇ ਪੰਜਾਬੀ ਮੁੰਡੇ ਕੈਨੇਡਾ, ਆਸਟ੍ਰੇਲੀਆ ਦੀ ਜਿਹੜੇ PR ਲੈਂਦੇ। ਠੀਕ ਹੈ ਜੀ। ਉਹ ਪ੍ਰਾਰਥਨਾ ਪੱਤਰ ਰਾਹੀਂ ਠੀਕ ਹੈ ਜੀ, ਪ੍ਰਾਰਥਨਾ ਪੱਤਰ ਰਾਹੀਂ ਹੋ ਗਈ। ਠੀਕ ਆ ਉਹ ਨਾਗਰਿਕਤਾ। ਅਤੇ ਇਸ ਤੋਂ ਬਾਅਦ ਅਸੀਂ ਦੇਖਾਂਗੇ ਕਿ ਇਸ ਨੂੰ ਗਵਾਉਣ ਦੇ ਕਿਹੜੇ ਢੰਗ ਆ। ਠੀਕ ਹੈ ਜੀ। ਕਿਸ ਕਾਰਨਾਂ ਕਰਕੇ ਜਿਹੜੀ ਕਿਸੇ ਵੀ ਵਿਅਕਤੀ ਤੋਂ ਉਸ ਦੀ ਨਾਗਰਿਕਤਾ ਖੋਹ ਲਈ ਜਾਂਦੀ ਹੈਗੀ ਆ। ਜਿਵੇਂ ਲੰਬੀ ਗੈਰ ਹਾਜ਼ਰੀ ਰਾਹੀਂ ਕਿਸੇ ਦੇਸ਼ ਵਿੱਚ ਕਿਸੇ ਵਿਅਕਤੀ ਕੋਈ ਆਪਣੇ ਦੇਸ਼ ਤੋਂ ਕਿਤੇ ਬਾਹਰ ਵਿਦੇਸ਼ ਵਿੱਚ ਚਲਾ ਗਿਆ ਤਾਂ ਉਸਦੇ ਰਾਜ ਵਾਲੇ ਜਿਹੜੇ ਉਸਦੀ ਲੰਬੀ ਗੈਰ ਹਾਜ਼ਰੀ ਵਿੱਚ ਉਸਦੀ ਜਿਹੜੀ ਨਾਗਰਿਕਤਾ ਨੂੰ ਖਤਮ ਕਰ ਸਕਦੇ ਹੈਗੇ। ਇਸ ਤੋਂ ਇਲਾਵਾ ਵਿਆਹ ਰਾਹੀਂ ਜੇਕਰ ਕੋਈ ਇਸਤਰੀ ਕਿਸੇ ਵਿਦੇਸ਼ੀ ਪੁਰਸ਼ ਨਾਲ ਵਿਆਹ ਕਰਾ ਲੈਂਦੀ ਹੈਗੀ ਹੈ ਤਾਂ ਉਸਨੂੰ ਪੁਰਸ਼ ਵਾਲੇ ਰਾਜ ਦੀ ਜਿਹੜੀ ਨਾਗਰਿਕਤਾ ਮਿਲ ਜਾਂਦੀ ਹੈ, ਪਰ ਉਸਦੀ ਜਿਹੜੀ ਆਪਣਾ ਜਿਹੜਾ ਦੇਸ਼ ਦੀ ਨਾਗਰਿਕਤਾ ਉਹ ਖਤਮ ਹੋ ਜਾਂਦੀ ਹੈ। ਠੀਕ ਹੈ ਜੀ। ਇਸ ਤੋਂ ਇਲਾਵਾ ਸਰਕਾਰੀ ਨੌਕਰੀ, ਕਿ ਜੇਕਰ ਕੋਈ ਵਿਅਕਤੀ ਬਿਨਾਂ ਸਰਕਾਰ ਤੋਂ ਪੁੱਛੇ ਦੱਸੇ ਕਿਸੇ ਵਿਦੇਸ਼ ਵਿੱਚ ਨੌਕਰੀ ਪ੍ਰਾਪਤ ਕਰ ਲੈਂਦਾ ਹੈਗਾ ਤਾਂ ਉਸ ਦੇ ਦੇਸ਼ ਦੀ ਜਿਹੜੀ ਨਾਗਰਿਕਤਾ ਖਤਮ ਹੋ ਜਾਂਦੀ ਹੈਗੀ ਹੈ।
ਇਸ ਤੋਂ ਇਲਾਵਾ ਤਿਆਗ ਪੱਤਰ ਰਾਹੀਂ ਕੋਈ ਵੀ ਨਾਗਰਿਕ ਕਿਸੇ ਵਿਦੇਸ਼ ਵਿੱਚ ਰਹਿਣ ਲਈ ਆਪਣੀ ਨਾਗਰਿਕਤਾ ਤਿਆਗ ਸਕਦਾ ਹੈਗਾ ਤਿਆਗ ਪੱਤਰ ਰਾਹੀਂ, ਠੀਕ ਹੈ ਜੀ। ਅਤੇ ਇਸ ਤੋਂ ਇਲਾਵਾ ਗੋਦ ਲੈਣ ਰਾਹੀਂ ਕਿ ਗੋਦ ਲਿਆ ਹੋਇਆ ਬੱਚਾ ਆਪਣੀ ਮਾਂ ਪਿਓ ਦੀ ਜਿਹੜੀ ਨਾਗਰਿਕਤਾ ਮਿਲ ਜਾਂਦੀ ਹੈ ਉਸਨੂੰ, ਅਤੇ ਜਿਹੜੀ ਉਸਨੂੰ ਆਪਣੇ ਜਿਹੜੀ ਰੀਅਲ ਮਾਂ ਬਾਪ ਦੀ ਜਿਹੜੀ ਨਾਗਰਿਕਤਾ ਸੀ ਉਹ ਖੋ ਦਿੰਦਾ ਹੈਗਾ, ਠੀਕ ਹੈ ਜੀ। ਤਾਂ ਜਿਹੜੇ ਗੋਦ ਲਏ ਬੱਚੇ ਜਿਹੜੇ ਉਹ ਆਪਣੇ ਜਿਹੜੇ ਗੋਦ ਲੈਣ ਵਾਲੇ ਮਾਂ ਬਾਪ ਦੇ ਜਿਹੜੀ ਨਾਗਰਿਕਤਾ ਮਿਲ ਜਾਂਦੀ ਉਸਨੂੰ। ਇਸ ਤੋਂ ਇਲਾਵਾ ਜਿੱਤ ਦੁਆਰਾ ਜਿਹੜੀ ਜੇਤੂ ਰਾਜ ਦੇ ਜਿਹੜੇ ਸਾਰੇ ਨਾਗਰਿਕ ਉਹਨਾਂ ਜੇਤੂ ਰਾਜ ਦੀ ਨਾਗਰਿਕਤਾ ਮਿਲ ਜਾਂਦੀ ਹੈ, ਅਤੇ ਜਿਹੜੇ ਹਾਰਨ ਵਾਲਾ ਰਾਜ ਆ ਉਸਨੂੰ ਸਾਰੇ ਨਾਗਰਿਕਾਂ ਨੂੰ ਉਸਦੀ ਆਪਣੀ ਨਾਗਰਿਕਤਾ ਗਵਾਉਣੀ ਪੈਂਦੀ ਹੈਗੀ, ਠੀਕ ਹੈ ਜੀ। ਇਸ ਤੋਂ ਇਲਾਵਾ ਗੰਭੀਰ ਅਪਰਾਧ ਰਾਹੀਂ ਜੇਕਰ ਕਿਸੇ ਵਿਅਕਤੀ ਨੇ ਗੰਭੀਰ ਅਪਰਾਧ ਕਰ ਦਿੱਤਾ ਤਾਂ ਉਸ ਦੀ ਜਿਹੜੀ ਨਾਗਰਿਕਤਾ ਨੂੰ ਖਤਮ ਕੀਤਾ ਜਾ ਸਕਦਾ ਹੈਗਾ, ਠੀਕ ਹੈ ਜੀ। ਅਤੇ ਇਸ ਤੋਂ ਇਲਾਵਾ ਦੋਹਰੀ ਨਾਗਰਿਕਤਾ, ਜਿਵੇਂ ਤੁਹਾਨੂੰ ਦੱਸਿਆ ਸੀ ਕਿ ਆਪਣੇ ਭਾਰਤ ਦਾ ਮਾਂ ਪਿਓ ਜੇਕਰ ਅਮਰੀਕਾ ਦੇ ਵਿੱਚ ਜਿਹੜਾ ਕਿਸੇ ਨੂੰ ਬੱਚੇ ਨੂੰ ਜਨਮ ਦੇ ਦਿੰਦਾ ਹੈਗਾ ਤਾਂ ਉਸ ਨੂੰ ਦੋਹਰੀ ਨਾਗਰਿਕਤਾ ਮਿਲ ਜਾਂਦੀ ਹੈਗੀ ਆ। ਅਤੇ ਪਰ ਜਿਹੜੀ ਦੋਹਰੀ ਨਾਗਰਿਕਤਾ ਦੇ ਮਿਲਣ ਦੇ ਨਾਲ ਉਸਨੂੰ ਇੱਕ ਨਾਗਰਿਕਤਾ ਨੂੰ ਜਿਹੜਾ ਉਸਨੂੰ ਛੱਡਣਾ ਪਵੇਗਾ, ਠੀਕ ਹੈ ਜੀ। ਉਸਨੂੰ ਇੱਕ ਨਾਗਰਿਕਤਾ ਤੋਂ ਤਿਆਗ ਪੱਤਰ ਦੇਣਾ ਪਵੇਗਾ। ਇਸ ਤੋਂ ਬਾਅਦ ਵਿਦੇਸ਼ੀ ਸਨਮਾਨ ਪ੍ਰਾਪਤ ਕਰ ਲੈਣ 'ਤੇ ਵਿਅਕਤੀ ਨੂੰ ਬਿਨਾਂ ਕਿਸੇ ਆਪਣੀ ਸਰਕਾਰ ਨਾਲ ਗੱਲਬਾਤ ਕੀਤੇ ਕਿਸੇ ਵਿਦੇਸ਼ੀ ਸਰਕਾਰ ਤੋਂ ਸਨਮਾਨ ਪ੍ਰਾਪਤ ਕਰ ਲੈਣਾ, ਤਾਂ ਇਸ ਤਰ੍ਹਾਂ ਉਸਦੀ ਜਿਹੜੀ ਨਾਗਰਿਕਤਾ ਖਤਮ ਹੋ ਜਾਂਦੀ ਹੈ ਆਪਣੇ ਦੇਸ਼ ਵਾਲੀ, ਠੀਕ ਹੈ ਜੀ। ਇਸ ਤੋਂ ਇਲਾਵਾ ਵਿਦੇਸ਼ਾਂ ਵਿੱਚ ਅਚਲ ਸੰਪੱਤੀ ਖਰੀਦ ਲੈਣ 'ਤੇ ਤਾਂ ਉਹ ਆਪਣੇ ਦੇਸ਼ ਦੀ ਜਿਹੜੀ ਨਾਗਰਿਕਤਾ ਉਹ ਖੋਹ ਲੈਂਦਾ ਹੈਗਾ, ਅਤੇ ਜਿਸ ਵਿੱਚ ਅਚਲ ਸੰਪੱਤੀ ਖਰੀਦੀ ਤਾਂ ਉਸ ਦੇਸ਼ ਦੀ ਉਸਨੂੰ ਜਿਹੜੀ ਨਾਗਰਿਕਤਾ ਮਿਲ ਜਾਂਦੀ ਹੈਗੀ ਹੈ, ਠੀਕ ਹੈ ਜੀ। ਤਾਂ ਅੱਜ ਦਾ ਚੈਪਟਰ ਸਾਡਾ, ਠੀਕ ਹੈ ਜੀ, ਖਤਮ ਹੋ ਰਿਹਾ ਹੈਗਾ, ਅਤੇ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਜਿਹੜਾ ਚੈਪਟਰ ਵਧੀਆ ਲੱਗੇਗਾ, ਅਤੇ ਅਗਲੀ ਲੈਕਚਰ ਵਿੱਚ ਅਸੀਂ ਫਿਰ ਹਾਜ਼ਰ ਹੋਵਾਂਗੇ ਇੱਕ ਨਵਾਂ ਚੈਪਟਰ ਲੈ ਕੇ। ਤਦ ਤੱਕ ਲਈ ਧੰਨਵਾਦ।